दीपावली का जो पुरब है ये 23 तरीक नूं है। गुरु हरगोबिंद पिता महाराज जदों बंदी छोड़ दाते दे रूप विच ग्वालियर दे किले तो बाहर आए सन और जिस दिन श्री अमृतसर साहब पहुँचते ने सिखा ने दीपमाला की सी। उदों तो ये दीपावली का पुरब जो बंदी छोड़ दाते दे रूप विच इस दिहाड़े नूं मनाया जाता है। ये 23 तरीक नूं है। गुरु ग्रंथ साहब महाराज जी का गद्दी निशानी गुरपुरब, जिस दिन गुरु ग्रंथ साहब महाराज नूं गुरु कलगीधर पिता जी ने गुरियाई बख्शी सी, वो दिहाड़ा 25 तरीक नूं है। जगत गुरु गुरु नानक देव महाराज जी का पवित्र प्रकाश गुरपुरब 6 नवंबर नूं है। आप जी ने हाजरियां भर के सेवा करके गुरु की बख्शिशां प्राप्त करनियां जी। अगले समय वास्ते गुरबाणी विचार सरवण करो। वाहिगुरु जी का खालसा, वाहिगुरु जी की फतेह। गुरपुरा जिन सिमरिया से भय निहाल। नानक नाम आराधना कारज आवे रास। सो कहो टल गुर सेविय अहनिस सहज सुभाई। दर्शन परसय गुरु कै जन्म मरण दुख जाय। दर्शन परसय गुरु कै जन्म मरण दुख जाय। तन तन साहिब सतगुरु श्री गुरु ग्रंथ साहिब महाराज सच्चे पातशाह जी दे पावन पवित्र खजूरी अंदर तन तन साहिब सतगुरु श्री गुरु हरकृष्ण सच्चे पातशाह महाराज जी गरीब नवाज पातशाह जी की पावन पवित्र इस धरती गुरुद्वारा बंगला साहिब विखे प्यार सहित जुड़ बैठी साध संगत जीओ। हुणे ही आप जी ने जवदी टकसाल के विद्यार्थियों पासों सतगुरां दी अमृतमयी बाणी श्री आसा जी दी वार दा कीर्तन श्रवण किया है। लड़ीवार इस पवित्र अस्थान ते चलदी सतगुरां दी अमृतमयी बाणी दी विचार आप जी श्रवण करने वास्ते जुड़ बैठे हो। साध संगत
ਅੱਜ ਦਾ ਪਵਿੱਤਰ ਬਚਨ ਜਿਸ ਦਾ ਪਾਠ ਅਸੀਂ ਹੁਣੇ ਹੀ ਸ਼ਰਵਨ ਕੀਤਾ ਹੈ, ਇਸ ਪਵਿੱਤਰ ਬਚਨ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੀ ਕਿਰਪਾ ਕੀਤੀ, ਉਸ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਧ ਸੰਗਤ ਆਓ ਸਾਰੇ ਇੱਕ ਵਾਰੀ ਗੁਰ ਫਤਿਹ ਦੀ ਸਾਂਝ ਪਾਓ। ਕੋਈ ਰਸਨਾ ਵਾਂਝੀ ਨਾ ਰਹੇ। ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਅੱਜ ਦੇ ਇਸ ਪਵਿੱਤਰ ਸ਼ਬਦ ਦੀ ਰਹਾਉ ਦੀ ਪੰਕਤੀ ਹਜ਼ੂਰ ਨੇ ਬਚਨ ਕੀਤਾ, ਸਾਧ ਜਨਾ ਕੈ ਸੰਗ ਬਸਤ ਸੁਖ ਸਹਿਜ ਬਿਸ਼ਰਾਮ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਜਿਹੜੇ ਜੀਵ ਗੁਰਮੁਖ ਰਤੀਆਂ ਰੂਹਾਂ ਨਾਲ, ਰੱਬ ਦੇ ਪਿਆਰ ਵਿੱਚ ਰੰਗੀਆਂ ਰੂਹਾਂ ਨਾਲ ਪਰਮੇਸ਼ਵਰ ਦੇ ਚਰਨਾਂ ਵਿੱਚ ਓਤ ਪੋਤ ਸ਼ਖਸੀਅਤਾਂ ਦੀ ਸੰਗਤ ਵਿੱਚ ਜੁੜਦੀਆਂ ਹਨ, ਸਾਹਿਬ ਕਹਿ ਲੱਗੇ ਉਹਨਾਂ ਲੋਕਾਂ ਦੇ ਜੀਵਨ ਅੰਦਰ ਉਹਨਾਂ ਨੂੰ ਸੁੱਖ ਵੀ ਮਿਲਦਾ ਹੈ, ਉਹਨਾਂ ਨੂੰ ਸਹਿਜ ਵੀ ਮਿਲਦਾ ਹੈ, ਤੇ ਉਹਨਾਂ ਨੂੰ ਵਿਸ਼ਰਾਮ ਕਹੀਏ ਟਿਕਾ ਵੀ ਮਿਲਦਾ ਹੈ। ਸਾਧ ਸੰਗਤ ਧਿਆਨ ਦੇਣਾ, ਬੰਦੇ ਕੋਲ ਸੰਸਾਰ ਵਿੱਚ ਹੋਰ ਤੇ ਸਭ ਕੁਝ ਹੈ, ਕਿਸੇ ਗੱਲ ਦੀ ਇਸ ਕੋਲ ਕਮੀ ਨਹੀਂ, ਦੌਲਤ ਦੇ ਵੀ ਇਸ ਕੋਲ ਅਮਾਰ ਲੱਗੇ ਨੇ, ਹੋਰ ਵੀ ਸਾਰੀਆਂ ਸੁੱਖ ਸਹੂਲਤਾਂ ਇਹਦੇ ਕੋਲ ਮੌਜੂਦ ਨੇ, ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਚਨ ਕਹਿੰਦੇ ਨੇ, ਇੰਨਾ ਕੁਝ ਹੋਣ ਦੇ ਬਾਵਜੂਦ ਨਾ ਤਾਂ ਇਹਦੇ ਕੋਲ ਸੁੱਖ ਹੈ, ਨਾ ਇਹਦੇ ਕੋਲ ਹਾਲੀ ਸਹਿਜ ਹੈ, ਤੇ ਨਾ ਹੀ ਸਾਹਿਬ ਕਹਿੰਦੇ ਇਹਦੇ ਕੋਲ ਵਿਸ਼ਰਾਮ ਟੇਕਾ ਹੈ। ਤਿੰਨਾਂ ਚੀਜ਼ਾਂ ਤੋਂ ਬੰਦਾ ਸਖਣਾ ਹੈ, ਤੇ ਗੁਰੂ ਕੇ ਸਵਾਰੂ ਚੇਤੇ ਰੱਖਣਾ, ਜਿਸ ਬੰਦੇ ਦੇ ਕੋਲ ਸੁੱਖ ਨਹੀਂ, ਸਹਿਜ ਨਹੀਂ, ਟਿਕਾ ਨਹੀਂ, ਉਸ ਬੰਦੇ ਨੂੰ ਏਦੂ ਵੱਡਾ ਕੋਈ ਹੋਰ ਦੁੱਖ ਹੋ ਨਹੀਂ ਸਕਦਾ। ਏਦੂ ਵੱਡਾ ਹੋਰ ਕੋਈ ਦੁੱਖ ਨਹੀਂ ਹੈ। ਪਰ ਜਿਸ ਦੇ ਜੀਵਨ ਅੰਦਰ ਸਹਿਜ ਹੈ, ਟਿਕਾ ਹੈ, ਸਾਹਿਬ ਕਹਿਣ ਲੱਗੇ ਜਿਹਨੂੰ ਆਤਮਕ ਆਨੰਦ ਸੁੱਖ ਬਣਿਆ ਹੈ, ਗੁਰੂ ਕੇ ਸਵਾਰ ਇਹਦੇ ਨਾਲ ਦੀ ਹੋਰ ਆਨੰਦ ਕੋਈ ਨਹੀਂ। ਪਰ ਇਹ ਸਾਹਿਬ ਕਹਿੰਦੇ ਮਿਲਦਾ ਹੈ ਜਿਹੜੇ ਸਾਧੂ ਜਨ ਗੁਰਮੁਖ ਜਨਾਂ ਦੀ ਸੰਗਤ ਦੇ ਅੰਦਰ ਜੁੜਦੇ ਹਨ। ਸਾਧ ਜਨਾਂ ਕੈ ਸੰਗ ਬਸਤ ਸੁਖ ਸਹਿਜ ਵਿਸ਼ਰਾਮ। ਜਿਹੜੇ ਗੁਰਮੁਖਾਂ ਦੀ ਸੰਗਤ ਵਿੱਚ ਮਿਲੇ, ਉਹਨਾਂ ਨੂੰ ਇਹ ਦਾਤਾ ਗੁਰੂ ਕੇ ਸਵਾਰ ਗੁਰੂ ਸਾਹਿਬ ਨੇ ਕਿਰਪਾ ਕਰਕੇ ਝੋਲੀ ਵਿੱਚ ਪਾ ਦਿੱਤੀ। ਹੁਣ ਉਹਨਾਂ ਦਾ ਮਨ ਡੋਲਦਾ ਨਹੀਂ, ਹੁਣ ਉਹਨਾਂ ਦਾ ਅੰਦਰ ਆਨੰਦ ਇੰਨਾ ਕੁ ਗੁਰੂ ਕੇ ਸਵਾਰੋ ਸਹਿਜ ਵਿੱਚ ਹਨ, ਕਿਸੇ ਦੇ ਕਹੇ ਹੋਏ ਕੋਈ ਬੋਲ ਉਹਨਾਂ ਨੂੰ ਛੂੰਹਦੇ ਨਹੀਂ। ਇੱਥੋਂ ਤੱਕ ਜੇ ਕੋਈ ਮਾੜਾ ਵੀ ਗੁਰੂ ਕੇ ਸਵਾਰਿਓ ਉਹਨਾਂ ਨੂੰ ਕਹਿ ਜਾਏ, ਤੇ ਉਹ ਆਪਣੇ ਸਹਿਜ ਵਿੱਚ ਇੰਨੇ ਕੁ ਟਿਕੇ ਨੇ, ਕਿਸੇ ਮਾੜੇ ਬੋਲਾਂ ਨੂੰ ਸੁਣ ਕੇ ਵੀ ਗੁਰੂ ਕੇ ਸਵਾਰਿਓ ਉਹ ਤੜਫਦੇ ਨਹੀਂ ਹਨ। ਸਤਿਗੁਰਾਂ ਦੀ ਪਵਿੱਤਰ ਬਾਣੀ ਵਿੱਚ ਅਸੀਂ ਜਪਜੀ ਸਾਹਿਬ ਵਿੱਚ ਇਹ ਬਚਨ ਪੜ੍ਹਦੇ ਹਾਂ। ਅੱਗੇ ਦੀ ਅਵਸਥਾ ਦੀ ਸਾਹਿਬ ਗੱਲ ਕਰਦੇ ਨੇ, ਕਹਿਣ ਲੱਗੇ ਭਗਤ ਜਨ ਜਿਹੜੇ ਉਸ ਦੇ ਦਰ ਤੇ ਪ੍ਰਵਾਨ ਹੋ ਗਏ, ਉਹਨਾਂ ਨੂੰ ਮੇਰੇ ਮਾਲਕ ਨੇ ਗੁਰੂ ਕੇ ਸਵਾਰੋ ਇਹ ਦਾਤਾਂ ਦੇ ਦਿੱਤੀਆਂ। ਉਹ ਹਰ ਵੇਲੇ ਵਿਗਾਸ ਵਿੱਚ ਰਹਿੰਦੇ ਨੇ। ਵਿਗਾਸ ਕਹੀਏ ਖੇੜਾ, ਹਰ ਵੇਲੇ ਵਿਗਾਸ ਵਿੱਚ ਰਹਿੰਦੇ ਨੇ, ਖੇੜੇ ਵਿੱਚ ਰਹਿੰਦੇ ਨੇ। ਆਪਾਂ ਬਚਨ ਪੜ੍ਹਦੇ ਆ ਨਾ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ
ਪਾਪ ਕਾ ਨਾਸ। ਪਰ ਇਹ ਵਿਗਾਸ ਗੁਰੂ ਕੇ ਸਵਾਰੂ ਮਿਲਦਾ ਹੈ ਜਿਹੜੇ ਗੁਰਮੁਖਾਂ ਦੀ ਸੰਗਤ ਵਿੱਚ ਜੁੜੇ। ਗੁਰੂ ਕੇ ਸਵਾਰੂ ਸਾਹਿਬ ਨੇ ਉਹਨਾਂ ਨੂੰ ਵਿਗਾਸ ਦਿੱਤਾ, ਉਹਨਾਂ ਨੂੰ ਸੁਖ ਦਿੱਤਾ, ਉਹਨਾਂ ਨੂੰ ਵਿਸ਼ਰਾਮ ਤੇ ਟਿਕਾ ਦਿੱਤਾ। ਆਪਾਂ ਸਾਹਿਬ ਜੀ ਦਾ ਇੱਕ ਪਵਿੱਤਰ ਬਚਨ ਬਾਣੀ ਵਿੱਚ ਪੜ੍ਹਦੇ ਹਾਂ। ਹਜ਼ੂਰ ਨੇ ਕਿਰਪਾ ਕੀਤੀ, ਸਾਹਿਬ ਕਹਿੰਦੇ ਨੇ ਸਹਿਜ ਸਮਾਦ ਆਨੰਦ ਸੁਖ ਪੂਰੇ ਗੁਰੂ ਦੀਨ। ਕਹਿ ਲਗੇ ਪੂਰਾ ਗੁਰੂ ਤਰੁੱਠਿਆ ਤੇ ਤਰੁੱਠ ਕੇ ਗੁਰੂ ਕੇ ਸਵਾਰ ਉਹਨੇ ਸਹਿਜ ਦਿੱਤਾ। ਤੇ ਅਗਲੀ ਗੱਲ ਹੈ ਸਮਾਧ ਦਿੱਤੀ। ਸਮਾਧ ਦਾ ਮਤਲਬ ਇਹ ਹੈ ਅੰਦਰ ਦਾ ਟਿਕਾ ਬਖਸ਼ਿਆ। ਭਾਵ ਹੁਣ ਮਨ ਡੋਲਦਾ ਨਹੀਂ, ਹੁਣ ਮਨ ਖਿੰਡਦਾ ਨਹੀਂ, ਹੁਣ ਮਨ ਕਲਪਦਾ ਨਹੀਂ, ਹੁਣ ਮਨ ਅੰਦਰ ਗੁਰੂ ਕੇ ਸਵਾਰੇ ਉਤਰਾ ਤੇ ਚੜਾ ਆਉਂਦਾ ਨਹੀਂ। ਇੱਕ ਰਸ ਉਸ ਦੇ ਪਿਆਰ ਅੰਦਰ ਜੁੜਿਆ ਹੋਇਆ। ਸਾਹਿਬ ਕਹਿ ਲਗੇ ਇੰਨਾ ਕੁ ਅੰਦਰ ਆਨੰਦ ਬਣ ਗਿਆ। ਸਹਿਜ ਸਮਾਦ ਆਨੰਦ ਸੁਖ ਪੂਰੇ ਗੁਰੂ ਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ। ਰੱਬ ਦੇ ਗੁਣਾਂ ਨੂੰ ਕਹਿੰਦੇ ਵਿਖਿਆਨ ਕੀਤਾ, ਉਹਦਾ ਸਿਮਰਨ ਕੀਤਾ, ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਤੇ ਇਹ ਦਾਤ ਮਿਲੀ। ਸਾਹਿਬ ਕਹਿੰਦੇ ਸਾਧ ਜਨਾਂ ਕੇ ਸੰਗ ਬਸ ਸੁਖ ਸਹਿਜ ਵਿਸ਼ਰਾਮ। ਅਗਲਾ ਬਚਨ ਕਹਿੰਦੇ ਸਾਈ ਘੜੀ ਸੁਲੱਖਣੀ ਸਿਮਰਤ ਹਰ ਨਾਮ। ਇਹ ਰਹਾਉ ਦੀ ਪੰਕਤੀ ਹੈ। ਹਜ਼ੂਰ ਕਹਿ ਲਗੇ ਉਹ ਘੜੀ ਸੁਲੱਖਣੀ ਹੈ, ਚੰਗੀ ਹੈ, ਸ੍ਰੇਸ਼ਟ ਹੈ, ਜਿਸ ਘੜੀ ਅੰਦਰ ਗੁਰੂ ਕੇ ਸਵਾਰ ਉਸ ਪਰਮੇਸ਼ਵਰ ਦੇ ਸਿਮਰਨ ਨੂੰ ਕੀਤਾ ਜਾਂਦਾ। ਇਉਂ ਕਹਿ ਲਓ ਜਿਸ ਵੇਲੇ ਵਾਹਿਗੁਰੂ ਯਾਦ ਆਵੇ, ਉਹਦਾ ਸਿਮਰਨ ਯਾਦ ਆਵੇ, ਉਹ ਗੁਰੂ ਕੇ ਸਵਾਰੋ ਪਲ ਘੜੀਆਂ ਚਸੇ ਵਿਸੇ ਸਭ ਸਫਲ। ਤੇ ਸਾਹਿਬ ਕਹਿ ਲਗੇ ਜਿਸ ਘੜੀ ਅੰਦਰ, ਜਿਸ ਪਲ ਅੰਦਰ, ਜਿਸ ਵਿਸੇ ਅੰਦਰ, ਜਿਸ ਚਸੇ ਅੰਦਰ ਮੇਰਾ ਮਾਲਕ ਭੁੱਲ ਗਿਆ, ਉਹਦੇ ਵਰਗੀ ਮਾੜਾ ਸਮਾਂ ਹੋਰ ਗੁਰੂ ਕੇ ਸਵਾਰੇ ਹੋ ਨਹੀਂ ਸਕਦਾ। ਸਾਹਿਬ ਕਹਿ ਲਗੇ ਸਭ ਤੋਂ ਸ੍ਰੇਸ਼ਟ ਸਮਾਂ ਜਦੋਂ ਉਸ ਵਾਹਿਗੁਰੂ ਦੀ ਯਾਦ ਅੰਦਰ ਜੁੜੇ। ਕੋਈ ਦਿਨ ਮਾੜਾ ਤੇ ਚੰਗਾ ਨਹੀਂ, ਕੋਈ ਗੁਰੂ ਕੇ ਸਵਾਰ ਸਮਾਂ ਮਾੜਾ ਤੇ ਚੰਗਾ ਨਹੀਂ। ਮਾੜਾ ਉਹ ਹੈ ਜਿਸ ਵੇਲੇ ਵਾਹਿਗੁਰੂ ਭੁੱਲਿਆ, ਤੇ ਸਾਹਿਬ ਕਹਿ ਲਗੇ ਚੰਗਾ ਉਹ ਹੈ ਜਿਸ ਵੇਲੇ ਮੇਰੇ ਵਾਹਿਗੁਰੂ ਦੀ ਯਾਦ ਆ ਗਈ। ਤਾਂ ਹੀ ਤੇ ਗੁਰੂ ਕੇ ਸਵਾਰਿਓ ਸਾਹਿਬ ਜੀ ਨੇ ਹਰ ਇਹ ਬਚਨ ਕਹੇ ਨੇ। ਕਹਿ ਲਗੇ ਜਿਹੜਾ ਵੀ ਸਮਾਂ ਤੈਨੂੰ ਮਿਲਦਾ ਹੈ ਇਹਨੂੰ ਅਜਾਈ ਨਾ ਗਵਾਈ, ਇਹਨੂੰ ਵਿਅਰਥ ਨਾ ਗਵਾਈ, ਕਿਉਂਕਿ ਮੇਰੇ ਮਾਲਕ ਨੇ ਬੜੇ ਅਮੁੱਲਕ ਸਵਾਸ ਤੈਨੂੰ ਦਿੱਤੇ ਨੇ। ਤੇ ਕਿਧਰੇ ਜ਼ਿੰਦਗੀ ਵਿੱਚ ਐਸਾ ਨਾ ਹੋ ਜਾਏ ਹੀਰਿਆਂ ਵਰਗੇ ਸਵਾਸ ਕਿਧਰੇ ਕੌਡੀਆਂ ਦੇ ਭਾਵ ਵਿਕ ਨਾ ਜਾਣ, ਅਜਾਈ ਖਤਮ ਨਾ ਹੋ ਜਾਣ। ਕਹਿੰਦੇ ਇਸ ਗੱਲ ਦਾ ਤੂੰ ਧਿਆਨ ਰੱਖੀ। ਅਕਸਰ ਬਹੁਤੀ ਵਾਰੀ ਜੀਵਨ ਵਿੱਚ ਹੁੰਦਾ ਐਸਾ ਹੈ। ਸਾਹਿਬ ਕਹਿ ਲਗੇ ਰੈਣ ਗਵਾਈ ਸੋਏ ਕੈ ਦਿਵਸ ਗਵਾਇਓ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਹੀਰੇ ਵਰਗਾ ਜਨਮ ਸਾਹਿਬ ਕਹਿ ਲਗੇ ਕੌਡੀਆਂ ਦੇ ਬਦਲੇ ਚਲਾ ਗਿਆ। ਸਤਿਗੁਰੂ ਕਹਿੰਦੇ ਪਰ ਜੇ ਤੂੰ ਸਿਮਰਨ ਕਰੇਗਾ ਉਹ ਘੜੀ, ਉਹ ਦਿਨ, ਉਹ ਪਲ ਸਫਲ ਹੋ ਜਾਣਗੇ। ਜਿਸ ਵੇਲੇ ਮਾਲਕ ਭੁੱਲ ਗਿਆ ਇਹਦੇ ਨਾਲ ਦੀ ਸਾਹਿਬ ਕਹਿ ਲਗੇ ਹੋਰ ਕੋਈ ਮਾੜੀ ਗੱਲ ਨਹੀਂ ਹੋਵੇਗੀ। ਤੇ ਸ਼ਬਦ ਦੇ ਆਰੰਭ ਵਿੱਚ ਬਚਨ ਕਰਦੇ ਨੇ ਧਰਤ ਸੁਹਾਵੀ। ਇੱਥੇ ਧਰਤ ਦੇ ਅਰਥ ਨੇ ਸਰੀਰ। ਸੁਹਾਵੀ ਦਾ ਮਤਲਬ ਹੈ ਸੁੰਦਰ, ਸ੍ਰੇਸ਼ਟ। ਧਰਤ ਸੁਹਾਵੀ ਸਫਲ ਥਾਨ, ਹਿਰਦੇ ਰੂਪੀ ਥਾਨ ਸਫਲ ਹੋ ਗਿਆ। ਸਰੀਰ ਰੂਪੀ ਧਰਤੀ ਸੋਹਣੀ ਬਣ ਗਈ। ਪੂਰਨ ਭੈ ਕਾਮ। ਸਾਹਿਬ ਕਹਿ ਲਗੇ ਸਾਰੇ ਦੇ ਸਾਰੇ ਕੰਮ ਜਿਹੜੇ ਸੰਪੂਰਨ ਹੋ ਗਏ, ਸੰਪੂਰਨ ਹੋ ਗਏ। ਕਿਵੇਂ ਹੋਏ?
ਸਤਿਗੁਰੂ ਕਹਿੰਦੇ ਨੇ ਕੇਵਲ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਸਿਮਰਨ ਕਰਨ ਦੇ ਨਾਲ ਸਰੀਰ ਵੀ ਰੂਪੀ ਧਰਤੀ ਵੀ ਸੋਹਣੀ ਬਣ ਗਈ। ਭਲਾ ਇਹਦਾ ਗੁਰੂ ਕੇ ਸਵਾਰਿਓ ਕਰੂਪਪਨ ਤੇ ਸੋਹਣਾਪਨ ਕੀ ਹੈ ਸਰੀਰ ਦਾ? ਹਜ਼ੂਰ ਕਹਿ ਲਗੇ ਇਹਦਾ ਕਰੂਪਪਨ ਹੈ ਜਦੋਂ ਇਹਦੇ ਗਿਆਨ ਇੰਦਰੇ, ਇਹਦੇ ਕਰਮ ਇੰਦਰੇ ਮਾੜੇ ਪਾਸੇ ਤੁਰਦੇ ਨੇ, ਮਾੜੇ ਪਾਸੇ ਚੱਲਦੇ ਨੇ, ਫਿਰ ਇਹਦੇ ਵਰਗੀ ਦੇ ਕੋਈ ਕਰੂਪ ਨਹੀਂ ਹੈ। ਤੇ ਜਦੋਂ ਇਹਦੇ ਗਿਆਨ ਇੰਦਰੇ ਤੇ ਕਰਮ ਇੰਦਰੇ ਸਾਹਿਬ ਕਹਿ ਲਗੇ ਸ਼ੁਭ ਗੁਣਾਂ ਵਾਲੇ ਪਾਸੇ ਚੱਲਦੇ ਨੇ, ਫਿਰ ਇਹਦੇ ਵਰਗੀ ਕੋਈ ਸੁੰਦਰ ਹੋਰ ਦੇਹ ਨਹੀਂ ਹੋ ਸਕਦੀ। ਸਤਿਗੁਰਾਂ ਦਾ ਪਵਿੱਤਰ ਬਚਨ ਅਸੀਂ ਆਨੰਦ ਸਾਹਿਬ ਦੀ ਪਵਿੱਤਰ ਬਾਣੀ ਪੜ੍ਹੀਏ, ਉਹਦੇ ਵਿੱਚ ਹਜ਼ੂਰ ਜੀ ਨੇ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬੜੇ ਪਿਆਰੇ ਬਚਨ ਕੀਤੇ ਨੇ। ਦੇਹ ਨੂੰ ਮੁਖਾਤਬ ਹੋ ਕੇ ਬਚਨ ਕਹਿੰਦੇ ਨੇ। ਸਾਹਿਬ ਕਹਿੰਦੇ ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ, ਤੁਧ ਬਾਦ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ, ਇਸ ਨੂੰ ਹੋਰ ਥਾਉ ਨਾਹੀ ਸ਼ਬਦ ਲਾਜ ਸਵਾਰੀਆ। ਸਾਹਿਬ ਕਹਿੰਦੇ ਕਹੇ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ। ਕਹਿੰਦੇ ਦੇ ਮੇਰੇ ਮਾਲਕਾ ਤੂੰ ਬਖਸ਼ਿਸ਼ ਕੀਤੇ, ਪਰ ਜੇ ਇਸ ਦੇਹ ਵਿੱਚ ਰਹਿੰਦਿਆਂ ਬੰਦੇ ਨੂੰ ਤੇਰੀ ਲਿਵ ਨਹੀਂ ਲੱਗੀ, ਤੇਰੇ ਨਾਲ ਬੰਦਾ ਧਿਆਨ ਨਹੀਂ ਜੋੜ ਸਕਿਆ, ਤੇਰੇ ਸਿਮਰਨ ਵਿੱਚ ਨਹੀਂ ਜੁੜ ਸਕਿਆ, ਤੇ ਸਾਹਿਬ ਕਹਿ ਲਗੇ ਫਿਰ ਇਸ ਦੇਹ ਵਰਗੀ ਨਿਮਾਣੀ ਹੋਰ ਕੋਈ ਚੀਜ਼ ਨਹੀਂ, ਇਹ ਤੇ ਵਿਚਾਰੀ ਹੈ। ਪਰ ਜੇ ਕੋਈ ਇਸ ਦੇਹ ਅੰਦਰ ਸਿਮਰਨ ਕਰ ਗਿਆ, ਸਾਹਿਬ ਕਹਿ ਲਗੇ ਫਿਰ ਇਸ ਦੇਹ ਵਰਗਾ ਸੁੰਦਰ ਵੀ ਕੋਈ ਨਹੀਂ ਹੈ। ਆਪਾਂ ਇੱਕ ਬਚਨ ਪੜ੍ਹਦੇ ਹਾਂ, ਵੈਸੇ ਤੇ ਹਜ਼ੂਰ ਨੇ ਇਸ ਦੇਹ ਨੂੰ ਇਹਦੀ ਵਿਆਖਿਆ ਕੀਤੀ, ਕਹਿ ਲਗੇ ਇੰਨੀ ਕੋਈ ਇਹਦੀ ਵਿਆਖਿਆ ਹੈ ਵੀ ਹੱਡਾਂ ਦੇ ਉੱਤੇ, ਮਿੱਝ ਦੇ ਉੱਤੇ ਕੇਵਲ ਤੇ ਕੇਵਲ ਚੰਮ ਲਵੇਟਿਆ ਹੋਇਆ, ਵਿਸ਼ਟਾ ਅਸਟ, ਇਹ ਜਿਹੜਾ ਸਰੀਰ ਹੈ ਇਹਦੇ ਉੱਤੇ ਚੰਮ ਵਲੇਟਿਆ ਹੈ। ਸਰੀਰ ਦੀ ਬੰਤਰਤਾ ਇਹੀ ਹੈ। ਤੇ ਹਜ਼ੂਰ ਨੇ ਬਚਨ ਕੀਤਾ ਹੈ ਮਿੱਟੀ ਦਾ ਪੁਤਲਾ, ਪਰ ਇਹ ਮਿੱਟੀ ਦਾ ਪੁਤਲਾ ਉਦੋਂ ਗੁਰੂ ਕੇ ਸਵਾਰਿਓ ਸਫਲਾ ਹੈ, ਉਦੋਂ ਮਿੱਟੀ ਦਾ ਪੁਤਲਾ ਸੋਹਣਾ ਹੈ ਜਦੋਂ ਇਸ ਮਿੱਟੀ ਦੇ ਪੁਤਲੇ ਅੰਦਰ ਮੇਰਾ ਵਾਹਿਗੁਰੂ, ਮੇਰਾ ਸਤਿਗੁਰੂ ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਨੂੰ ਟਿਕਾ ਦਿੰਦਾ ਹੈ। ਆਪਾਂ ਬਚਨ ਪੜ੍ਹਦੇ ਆ ਨਾ, ਧੰਨ ਧੰਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵਿਖਾ। ਜਿਸ ਸਰੀਰ ਅੰਦਰ ਮੇਰੇ ਗੁਰੂ ਨੇ ਆਪਣੀ ਰਹਿਮਤ ਰੱਖੀ, ਕਹਿਣ ਤੋਂ ਭਾਵ ਜਿਹੜਾ ਸਰੀਰ ਹਰ ਵੇਲੇ ਸਿਮਰਨ ਵਿੱਚ ਜੁੜਿਆ, ਹਜ਼ੂਰ ਕਹਿ ਲਗੇ ਉਹ ਸਰੀਰ ਵਰਗਾ ਹੋਰ ਕਿਹੜਾ ਸਰੀਰ ਹੋ ਸਕਦਾ ਹੈ? ਉਹ ਸਰੀਰ ਤੇ ਸੁੰਦਰ ਹੈ, ਉਹਦੀ ਬਰਾਬਰੀ ਕੋਈ ਉਸ ਦੇਹ ਦੀ ਹੋਰ ਕੋਈ ਨਹੀਂ ਕਰ ਸਕਦਾ। ਤੇ ਇਸੇ ਆਨੰਦ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਇਹ ਵੀ ਬਚਨ ਸਾਹਿਬ ਨੇ ਕਹਿਣਾ। ਸਾਹਿਬ ਕਹਿ ਲਗੇ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੈ, ਕਿਆ ਤੁਧ ਕਰਮ ਕਮਾਇਆ। ਕਹਿ ਲਗੇ ਮੈਂ ਪੁੱਛਣਾ ਚਾਹਨਾ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਐ ਸਰੀਰਾ ਤੂੰ ਇਸ ਜਗਤ ਵਿੱਚ ਆ ਕੇ ਕਿਹੜਾ ਕੰਮ ਕੀਤਾ। ਪੁੱਛਿਆ ਮਹਾਰਾਜ ਮੈਂ ਕਿਹੜਾ ਕੰਮ ਕਰਨਾ ਸੀ, ਕੰਮ ਵਿੱਚ ਤੇ ਮੈਂ ਹਰ ਵੇਲੇ ਮਸ਼ਰੂਫ ਰਹਿਣਾ। ਸਵੇਰੇ ਉੱਠਦਾ, ਸਰੀਰ ਨੇ ਅੱਗੋਂ ਸਵਾਲ ਕਰਦਾ, ਸਵੇਰੇ ਉੱਠਦਾ ਸਾਰਾ ਦਿਨ ਮੈਂ ਕੰਮ ਕਰਦਾ ਵਾਂ, ਕੰਮ ਧੰਦਿਆਂ ਵਿੱਚ ਉਲਝਿਆ ਰਹਿੰਦਾ ਵਾਂ, ਰਾਤ ਥੱਕ ਟੁੱਟ ਕੇ ਸੌਂ ਜਾਣਾ ਵਾਂ, ਸਵੇਰੇ ਫਿਰ ਮੈਂ ਆਪਣੀ ਉਸੇ ਰੁਟੀਨ ਨੂੰ ਸ਼ੁਰੂ ਕਰ ਦੇਣਾ। ਮੈਂ ਆਪਣਾ ਘਰ ਬਹੁਤ ਵੱਡਾ ਬਣਾ ਲਿਆ, ਮੈਂ ਆਪਣੇ ਪੁੱਤਰਾਂ ਧੀਆਂ ਵਾਸਤੇ ਵੀ ਬਹੁਤ ਵੱਡਾ ਇੰਤਜ਼ਾਮ ਕਰ ਲਿਆ, ਹਾਲੀ ਵੀ ਮਿਹਨਤ ਕਰਦਾ, ਤੇ ਤੁਸੀਂ ਫਿਰ ਕਹਿੰਦੇ ਹੋ ਤੂੰ ਕੀਤਾ ਕੀ ਹੈ।
ਮੇਰੇ ਸਾਹਿਬ ਕਹਿਣ ਲੱਗੇ ਨਹੀਂ ਸਰੀਰਾ, ਮੈਂ ਤੇਰੀ ਇਸ ਘਾਲ ਦੀ ਗੱਲ ਨਹੀਂ ਕਰਦਾ ਜੋ ਤੂੰ ਘਾਲ ਰਿਹਾ, ਮੈਂ ਉਸ ਘਾਲ ਦੀ ਗੱਲ ਕਰਦਾ ਜਿਹੜੀ ਘਾਲ ਘਾਲਣ ਵਾਸਤੇ ਤੈਨੂੰ ਮੇਰੇ ਵਾਹਿਗੁਰੂ ਜੀ ਨੇ ਜਨਮ ਦਿੱਤਾ। ਜਿਸ ਘਾਲ ਨੂੰ ਘਾਲਣ ਲਈ ਮੇਰੇ ਵਾਹਿਗੁਰੂ ਜੀ ਨੇ ਤੈਨੂੰ ਸੰਸਾਰ ਤੇ ਭੇਜਿਆ। ਕੀ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਕਦੀ ਜੁੜਿਆ? ਜੇ ਜੁੜਿਆ ਤੇ ਫਿਰ ਤਾਂ ਤੂੰ ਬਹੁਤ ਕੁਝ ਕੀਤਾ ਹੈ। ਜੇ ਸੱਚ ਜਾਣੀ ਜੁੜਿਆ ਨਹੀਂ ਤੇ ਫਿਰ ਤੇਰੇ ਆਉਣ ਦਾ ਤੇ ਤੇਰੇ ਇੱਥੇ ਰਹਿਣ ਦਾ ਕੋਈ ਅਰਥ ਨਹੀਂ। ਸਤਿਗੁਰਾਂ ਨੇ ਬਚਨ ਕੀਤਾ, ਇਹ ਸਰੀਰਾ ਮੇਰਿਆ, ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੈਂ ਆਇਆ। ਸਾਹਿਬ ਕਹਿ ਲਗੇ ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਜਿਸ ਵਾਹਿਗੁਰੂ ਨੇ ਤੇਰੀ ਰਚਨਾ ਰਚੀ, ਤੂੰ ਉਹਦੇ ਲਈ ਸਾਰਾ ਦਿਨ 24 ਘੰਟਿਆਂ ਵਿੱਚ ਕੁਝ ਵੀ ਸਮਾਂ ਨਾ ਕੱਢ ਸਕਿਆ। ਤੇਰੇ ਕੋਲ ਉਹਦੇ ਸਿਮਰਨ ਵਾਸਤੇ ਕੋਈ ਫੁਰਸਤ ਨਾ ਤੈਨੂੰ ਮਿਲ ਸਕੀ। ਹਜ਼ੂਰ ਕਹਿ ਲੱਗੇ ਐ ਸਰੀਰਾ, ਇਸ ਤਰ੍ਹਾਂ ਠੀਕ ਨਹੀਂ। ਆਪਾਂ ਇੱਕ ਬਚਨ ਸੁਖਮਨੀ ਸਾਹਿਬ ਵਿੱਚ ਪੜ੍ਹਦੇ ਹਾਂ, ਉੱਥੇ ਸਾਹਿਬ ਕਹਿੰਦੇ ਨੇ ਸੇ ਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਕਹਿ ਲੱਗੇ ਉਹ ਵੱਡੀ ਕੁਲ ਵਾਲੇ ਨੇ, ਉਹ ਇੱਜ਼ਤ ਵਾਲੇ ਨੇ, ਉਹਨਾਂ ਦਾ ਸਰੀਰ ਸਨਮਾਨਯੋਗ ਹੈ। ਕਿਹੜੇ? ਜਿਨ੍ਹਾਂ ਦੇ ਹਿਰਦੇ ਅੰਦਰ ਮੇਰੇ ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਜੀ ਨੇ ਆਪਣੀ ਰਹਿਮਤ ਦੇ ਭਾਗ ਲਾਏ ਨੇ। ਹਜ਼ੂਰ ਕਹਿਣ ਲੱਗੇ ਇਸੇ ਕਰਕੇ ਉਹ ਧਰਤੀ ਸਫਲਾ ਸੁਹਾਵੀ ਹੋ ਗਈ ਜਿੱਥੇ ਬੰਦਾ ਕਰਮ ਬੀਜਦਾ ਹੈ। ਸਰੀਰ ਵਿੱਚ ਰਹਿੰਦਿਆਂ ਨਾਮ ਬੀਜਿਆ ਜਾ ਸਕਦਾ ਹੈ। ਸਰੀਰ ਤੋਂ ਬਿਨਾ ਬੰਦਾ ਸਿਮਰਨ ਨਹੀਂ ਕਰ ਸਕਦਾ, ਚੇਤੇ ਰੱਖਣਾ। ਤਾਂ ਹੀ ਤੇ ਆਪਾਂ ਇਹ ਬਚਨ ਰੋਜ਼ ਸਾਨੂੰ ਸਤਿਗੁਰੂ ਜੀ ਸਮਝਾਉਂਦੇ ਨੇ, ਤੇ ਬਚਨ ਕਹਿੰਦੇ ਨੇ ਭਈ ਪ੍ਰਾਪਤ ਮਾਨੁਖ ਦੇ ਖੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕਹਿ ਲਗੇ ਤੈਨੂੰ ਰੱਬ ਨੇ ਬੜੀ ਸੁੰਦਰ ਦੇਹ ਦਿੱਤੀ ਹੈ, ਗੋਬਿੰਦ ਨੂੰ ਮਿਲਣ ਵਾਸਤੇ, ਪਰਮੇਸ਼ਵਰ ਦੇ ਸਿਮਰਨ ਕਰਨ ਵਾਸਤੇ ਤੈਨੂੰ ਇਹ ਸਰੀਰ ਮਿਲਿਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਾਜ ਕੇਵਲ ਨਾਮ। ਐ ਸਰੀਰਾ, ਹੋਰ ਕੋਈ ਕੰਮ ਤੇਰੇ ਕਿਸੇ ਕੰਮ ਨਹੀਂ ਹੈ, ਲੇਖੇ ਨਹੀਂ ਲੱਗਣਾ। ਸੰਗਤ ਵਿੱਚ ਮਿਲ ਕੇ ਤੂੰ ਕਹਿੰਦੇ ਸਿਮਰਨ ਕਰ, ਤੇ ਗੁਰੂ ਅੱਗੇ ਜੁੜ ਕੇ ਕਦੀ ਅਰਦਾਸ ਕਰਿਆ ਕਰ, ਤੇ ਆਖਿਆ ਕਰ ਐ ਸਤਿਗੁਰੂ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਦੀ ਅੰਦਰੋਂ ਜੁੜ ਕੇ ਅਰਦਾਸ ਕਰ, ਤੇ ਉਹਦੀ ਰਹਿਮਤ ਲਈ ਝੋਲੀ ਫੈਲਾ ਕੇ ਆਖ ਮੇਰੇ ਵਾਹਿਗੁਰੂ ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖੋ ਸਰਮਾ। ਇਸ ਤਰ੍ਹਾਂ ਅਰਦਾਸ ਕਰਨ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਤੇਰਾ ਜੀਵਨ ਸਫਲਾ ਹੋਵੇਗਾ। ਉਹ ਕਾਇਆ, ਇਥੇ ਬਚਨ ਕਹਿੰਦੇ ਧਰਤ ਸੁਹਾਵੀ, ਸੋਭਾ ਵਾਲੀ ਹੋ ਗਈ ਕਾਇਆ। ਨੇਤਰ ਨਹੀਂ ਵੇਖਦੇ ਖੁਨ ਪਰ ਤਨ, ਜੀਭ ਨਹੀਂ ਬੋਲਦੀ ਗੁਰੂ ਕੇ ਸਵਾਰਿਓ ਹੁਣ ਮਾੜੇ ਬੋਲ। ਇਹ ਹੈ ਸੁੰਦਰ ਕਾਇਆ ਦੇ ਲੱਛਣ। ਜੀਭ ਮਾੜੇ ਬੋਲ ਨਹੀਂ ਬੋਲਦੀ, ਕਿਉਂਕਿ ਇਹਨੂੰ ਗੁਰੂ ਦਾ ਇਹ ਬਚਨ ਯਾਦ ਹੈ, ਮੀਠੇ ਹਰ ਗੁਣ ਗਾਓ ਜਿੰਦੂ ਤੂੰ ਮੀਠੇ ਹਰ ਗੁਣ ਗਾਓ, ਸੱਚੇ ਸੇ ਤੀਰਤਿਆਂ
ਮਿਲਿਆ ਨੇ ਥਾਵੇਂ ਥਾਉ। ਨਾ ਜ਼ੁਬਾਨ ਗੁਰੂ ਕੇ ਸਵਾਰੋ ਮਾੜਾ ਬੋਲਦੀ ਹੈ, ਹੁਣ ਕੰਨ ਵੀ ਮਾੜਾ ਨਹੀਂ ਸੁਣਦੇ, ਨਿੰਦਿਆ ਨਹੀਂ ਸੁਣਦੇ, ਚੁਗਲੀ ਨਹੀਂ ਸੁਣਦੇ। ਕੰਨ ਕੇਵਲ ਬਾਣੀ ਸੁਣਦੇ ਨੇ ਜਾਂ ਉਸ ਪਿਆਰੇ ਦੀ ਸੱਧ ਸੁਣਦੇ ਨੇ, ਸਿਮਰਨ ਸੁਣਦੇ ਨੇ, ਹੋਰ ਨਹੀਂ। ਵੈਸੇ ਵੀ ਸਾਹਿਬ ਜੀ ਨੇ ਬੜੀ ਪਿਆਰੀ ਬੰਦੇ ਦੇ ਜੀਵਨ ਦੀ ਵਿਆਖਿਆ ਕੀਤੀ। ਕਹਿ ਲਗੇ ਬੰਦਾ ਵੈਸੇ ਕੰਮ ਦੋ ਹੀ ਕਰਨ ਆਇਆ, ਇੱਕ ਬਾਣੀ ਪੜ੍ਹਨ ਲਈ ਤੇ ਦੂਸਰਾ ਬਾਣੀ ਸੁਣਨ ਲਈ। ਆ ਜਿਹੜਾ ਸਰੀਰ ਮਿਲਿਆ ਬਾਣੀ ਪੜ੍ਹਨ ਲਈ ਤੇ ਬਾਣੀ ਸੁਣਨ ਲਈ। ਪੜ੍ਹੀ ਜਾਂਦੀ ਹੈ ਜ਼ੁਬਾਨ ਨਾਲ, ਸੁਣੀ ਜਾਂਦੀ ਹੈ ਕੰਨਾਂ ਨਾਲ। ਭਲਾ ਜਿਸ ਚੀਜ਼ ਲਈ ਭਾਂਡਾ ਬਣਿਆ ਹੋਵੇ, ਬੰਦਾ ਉਸ ਚੀਜ਼ ਉਸ ਭਾਂਡੇ ਵਿੱਚ ਨਾ ਪਾਏ, ਅੰਮ੍ਰਿਤ ਲਈ ਭਾਂਡਾ ਬਣਿਆ ਤੇ ਬੰਦਾ ਅੰਮ੍ਰਿਤ ਵਾਲੇ ਭਾਂਡੇ ਵਿੱਚ ਜ਼ਹਿਰ ਪਾ ਲਵੇ, ਉਸ ਬੰਦੇ ਨੂੰ ਸਿਆਣਾ ਕੌਣ ਕਹੇਗਾ? ਹਜ਼ੂਰ ਕਹਿ ਲਗੇ ਦੇਹ ਮਿਲੀ ਸੀ ਸਿਮਰਨ ਵਾਸਤੇ, ਬਾਣੀ ਪੜ੍ਹਨ ਲਈ, ਬਾਣੀ ਸੁਣਨ ਲਈ। ਤੂੰ ਜ਼ੁਬਾਨ ਨਾਲ ਨਿੰਦਿਆ ਕਰਦਾ, ਕੰਨਾਂ ਨਾਲ ਨਿੰਦਿਆ ਸੁਣਦਾ। ਇਹ ਕੰਮ ਹੀ ਉਲਟ ਹੋ ਗਿਆ। ਉੱਥੇ ਸਾਹਿਬ ਇਹ ਬਚਨ ਕਹਿੰਦੇ, ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪਰਾਨੀ। ਕਹਿੰਦੇ ਹੁਣ ਗੁਰੂ ਨੇ ਜਦੋਂ ਰਹਿਮਤ ਕੀਤੀ, ਜ਼ੁਬਾਨ ਨਹੀਂ ਮਾੜੇ ਬੋਲ ਬੋਲਦੀ, ਕੰਨ ਨਹੀਂ ਮਾੜੇ ਬੋਲ ਸੁਣਦੇ। ਗੁਰੂ ਕੇ ਸਵਾਰੋ ਹੁਣ ਨੇਤਰ ਕੇਵਲ ਤੇ ਕੇਵਲ ਗੁਰੂ ਦਰਸ਼ਨ ਕਰਦੇ ਨੇ, ਗੁਰਮੁਖ ਦਰਸ਼ਨ ਕਰਦੇ ਨੇ, ਖਾਲਸਾ ਦੀਦਾਰ ਕਰਦੇ ਨੇ। ਇਹ ਸੁੰਦਰ ਦੇਹ ਦੀ ਨਿਸ਼ਾਨੀ ਹੈ। ਤੇ ਸਤਿਗੁਰਾਂ ਨੇ ਸੁੰਦਰ ਦੇਹ ਬਣਾਉਣ ਲਈ ਇਹ ਬਚਨ ਕਹਿ ਲਗੇ, ਜੇ ਆ ਕੁਝ ਨਹੀਂ ਕਰ ਸਕਦਾ, ਤੇਰੀ ਜ਼ੁਬਾਨ ਸਿਮਰਨ ਨਹੀਂ ਕਰਦੀ ਤੇ ਚੇਤੇ ਰੱਖੀ, ਫਿਰ ਐਸੀ ਜ਼ੁਬਾਨ ਨੂੰ ਤਿਲ ਤਿਲ ਕਰਕੇ ਕੱਟ ਦੇਣਾ ਹੀ ਬਿਹਤਰ ਹੈ। ਇਹ ਗੁਰੂ ਕੇ ਬਚਨ ਨੇ। ਫਿਰ ਸਾਹਿਬ ਕਹਿ ਲਗੇ ਜਿਹੜੇ ਕੰਨ ਸਿਮਰਨ ਭਜਨ ਨਹੀਂ ਸੁਣਦੇ, ਨਿੰਦਿਆ ਸੁਣਦੇ ਨੇ, ਐਸੇ ਕੰਨਾਂ ਤੋਂ ਕੀ ਕਰਨਾ? ਆਪਾਂ ਬਚਨ ਪੜ੍ਹਦੇ ਆ, ਸਾਹਿਬ ਕਹਿੰਦੇ ਨੈਣ ਨਾ ਦੇਖੈ ਸਾਧ ਸੇ ਨੈਣ ਬਹਾਲਿਆ। ਜਿਹੜੇ ਨੇਤਰ ਗੁਰੂ ਨੂੰ ਨਹੀਂ ਵੇਖਦੇ, ਗੁਰਮੁਖ ਦੇ ਦੀਦਾਰ ਨਹੀਂ ਕਰਦੇ, ਉਹਨਾਂ ਨੇਤਰਾਂ ਤੋਂ ਕੀ ਕਰਨਾ, ਉਹਨਾਂ ਅੱਖਾਂ ਤੋਂ ਕੀ ਕਰਨਾ? ਨੈਣ ਨਾ ਦੇਖੈ ਸਾਧ ਸੇ ਨੈਣ ਬਹਾਲਿਆ, ਕਰਨ ਨਾ ਸੁਣੀ ਨਾਦ ਕਰਨ ਮੁੰਦ ਘਾਲਿਆ, ਰਸ ਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ, ਹਰ ਖਾਂ ਜਬ ਬਿਸਰੈ ਗੋਬਿੰਦ ਰਾਏ, ਦਿਨੋਂ ਦਿਨ ਘਟੀਐ। ਕਹਿ ਲਗੇ ਜਿਹੜੀ ਜ਼ੁਬਾਨ ਸਿਮਰਨ ਨਹੀਂ ਕਰਦੀ, ਉਸ ਜ਼ੁਬਾਨ ਤੋਂ ਕੀ ਲੈਣਾ? ਇਹ ਸਾਰੀ ਕਰੂਪਤਾ ਦੇ, ਕਰੂਪ ਦੇ ਦੀ ਇਹ ਨਿਸ਼ਾਨੀ ਹੈ। ਜ਼ੁਬਾਨ ਮਿੱਠਾ ਨਹੀਂ ਬੋਲਦੀ, ਕੰਨ ਮਿੱਠਾ ਨਹੀਂ ਸੁਣਦੇ, ਨੇਤਰ ਧਰਮ ਦੀ ਗੁਰੂ ਪਰਮੇਸ਼ਵਰ ਦੇ ਦੀਦਾਰ ਨਹੀਂ ਕਰਦੇ, ਬਾਣੀ ਦਰਸ਼ਨ ਨਹੀਂ ਕਰਦੇ, ਗੁਰੂ ਦਰਸ਼ਨ ਨਹੀਂ ਕਰਦੇ। ਪਰ ਜਿਨ੍ਹਾਂ ਦੀ ਦੇਹ ਸੋਹਣੀ ਹੋ ਗਈ, ਉਹ ਗੁਰੂ ਕੇ ਸਵਾਰੋ ਹਰ ਵੇਲੇ ਧਰਮ ਵਾਲੇ ਪਾਸੇ ਜੁੜੇ ਰਹਿੰਦੇ ਨੇ। ਆਪਾਂ ਬਚਨ ਪੜ੍ਹਦੇ ਹਾਂ, ਪਾਪ ਸੁਹਾਵੇ ਜਾਂ ਤਉ ਧਿਰ ਜੁਲਦੇ, ਸੀਸ ਸੁਹਾਵਾ ਚਰਨੀ, ਮੁਖ ਸੁਹਾਵਾ ਜਾਂ ਤਉ ਜਸ ਗਾਵੇ, ਜੀਉ ਪਿਆ ਤਉ ਸਰਨੀ। ਸਾਹਿਬ ਕਹਿ ਲਗੇ ਧਰਤ ਸੁਹਾਵੀ, ਸਫਲ ਥਾਨ, ਹਿਰਦਾ ਸਫਲ ਹੋ ਗਿਆ, ਹਿਰਦੇ ਵਿੱਚ ਟਿਕਾ ਆ ਗਿਆ, ਹਿਰਦੇ ਵਿੱਚ ਸਹਿ ਆਨੰਦ ਬਣ ਗਿਆ। ਪੂਰਨ ਭੈ ਕਾਮ, ਕਹਿ ਲਗੇ ਸਾਰੇ ਦੇ ਸਾਰੇ ਕੰਮ ਪੂਰੇ ਹੋ ਗਏ। ਕਿਹੜਾ ਕੰਮ ਹੈ ਸਭ ਤੋਂ ਵੱਡਾ? ਸਰੀਰ ਲੈ ਕੇ ਬੰਦੇ ਦਾ ਲਈ ਸਭ ਤੋਂ ਵੱਡਾ ਕੰਮ ਹੈ ਰੱਬ ਨਾਲ ਜੁੜਨਾ।
ਰੱਬ ਨਾਲ ਜੁੜਨਾ ਸਭ ਤੋਂ ਵੱਡਾ ਕੰਮ ਹੈ। ਇਤਿਹਾਸ ਦਾ ਬਚਨ ਅਸੀਂ ਗੁਰੂ ਕੇ ਸਵਾਰਿਓ ਇਤਿਹਾਸ ਵਿੱਚੋਂ ਸ਼ਰਵਨ ਵੀ ਕਰਦੇ ਹਾਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੁਨੀ ਚੰਦ ਨੂੰ ਸੂਈ ਦਿੱਤੇ ਸੀ, ਆਖਿਆ ਇਸ ਨੂੰ ਸਾਂਭ ਕੇ ਰੱਖੀ। ਸੂਈ ਦੀ ਵਿਆਖਿਆ ਬੜੀ ਕਮਾਲ ਦੀ ਹੈ। ਸੂਈ ਸਿਉਂਦੀ ਹੈ। ਮਾਨੋ ਸਤਿਗੁਰਾਂ ਨੇ ਦੁਨੀ ਚੰਦ ਨੂੰ ਇਹ ਦੇਖ ਕੇ, ਇਹ ਪ੍ਰਤੀਕ ਸੀ ਰੱਬ ਦੇ ਚਰਨਾਂ ਵਿੱਚ ਸਿਉਣਾ ਹੈ। ਤੂੰ ਟੁੱਟਿਆ ਹੈ ਮਾਇਆ ਮੋਹ ਕਰਕੇ, ਜੁੜੇਗਾ ਸਿਮਰਨ ਦੀ ਬਰਕਤ ਨਾਲ, ਜੁੜੇਗਾ ਰੱਬ ਦੀ ਕਿਰਪਾ ਦੇ ਨਾਲ। ਤੂੰ ਸਿਮਰਨ ਕਰਿਆ ਕਰ, ਪ੍ਰਭਾਤੇ ਉੱਠ ਕੇ ਉਹਦੀ ਯਾਦ ਵਿੱਚ ਜੁੜਿਆ ਕਰ। ਤੇ ਗੁਰੂ ਕੇ ਸਵਾਰਿਓ ਜੀਵਨ ਦਾ ਸਭ ਤੋਂ ਵੱਡਾ ਇਹ ਕੰਮ ਹੈ। ਜਿਹੜਾ ਬੰਦਾ ਇਹ ਕਰ ਗਿਆ ਉਹਦੇ ਲਈ ਹੋਰ ਬਾਕੀ ਕਰਨ ਲਈ ਕੁਝ ਨਹੀਂ ਰਹਿ ਗਿਆ। ਜਿਹਨੂੰ ਸਾਹਿਬ ਜੀ ਨੇ ਬਚਨ ਕੀਤਾ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਅਰਾਧਿਆ ਦਰਗਹਿ ਸੱਚ ਖਰੇ, ਸਰਬ ਸੁਖਾਨਿਤ ਚਰਨ ਹਰ ਭਉਜਲ ਬਿਖਮ ਤਰੇ, ਪ੍ਰੇਮ ਭਗਤ ਤਿਨ ਪਾਈਆ ਬਿਖਿਆ ਨਾਹੀ ਜਰੇ, ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ, ਪਾਰ ਬ੍ਰਹਮ ਪ੍ਰਭ ਸੇਵੰਦੇ ਮਨ ਅੰਦਰ ਏਕ ਧਰੇ, ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ। ਕਹਿ ਲਗੇ ਜਿਹਦੇ ਤੇ ਵਾਹਿਗੁਰੂ ਜੀ ਨੇ ਨਜ਼ਰ ਕੀਤੀ, ਜਿਨਨੇ ਸਿਮਰਨ ਕਰ ਲਿਆ, ਉਹਨੇ ਆਪਣੇ ਸਾਰੇ ਜੀਵਨ ਦੇ ਕਾਰਜ ਜਿਹੜੇ ਨੇ ਸਫਲੇ ਕਰ ਲਏ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਫਿਰ ਅਗਲੀ ਸਿਮਰਨ ਦੀ ਬਰਕਤ ਕੀ ਹੋਈ? ਉਹ ਕਹਿੰਦੇ ਭਉ ਨਾਠਾ। ਭਉ ਕਹਿੰਦੇ ਨੇ ਡਰ ਨੂੰ। ਡਰ ਨੱਠ ਗਿਆ, ਦੌੜ ਗਿਆ। ਚੇਤੇ ਰੱਖਣਾ, ਵੈਸੇ ਤੇ ਹਰ ਜੀਵ ਡਰਦਾ ਹੈ ਕਿਸੇ ਨਾ ਕਿਸੇ ਕੋਲੋਂ। ਹਰ ਜੀਵ ਡਰ ਰਿਹਾ ਹੈ। ਇਹ ਕੇਵਲ ਬੰਦੇ ਦੇ ਜੀਵਨ ਦੀ ਗੱਲ ਨਹੀਂ, ਇਹ ਸਾਰਾ ਕੁਝ ਹੋਰ ਖਾਣੀਆਂ ਵਿੱਚ ਵੀ ਵੇਖਣ ਨੂੰ ਮਿਲਦਾ ਹੈ। ਪੰਛੀ ਆਪਣੇ ਤੋਂ ਵੱਡੇ ਪੰਛੀ ਤੋਂ ਡਰਦਾ ਹੈ। ਪਸ਼ੂ ਆਪਣੇ ਤੋਂ ਵੱਡੇ ਪਸ਼ੂ ਤੋਂ ਡਰਦਾ ਹੈ, ਵੱਡੇ ਬਲ ਵਾਲੇ ਤੋਂ ਡਰਦਾ ਹੈ। ਸਤਿਗੁਰੂ ਕਹਿਣ ਲੱਗੇ ਮਨੁੱਖ ਵੀ ਡਰਦਾ, ਇਹਨੂੰ ਵੀ ਭੈ ਹੈ। ਇਹਨੂੰ ਕਾਹਦਾ ਭੈ ਹੈ? ਇਹਨੂੰ ਸਭ ਤੋਂ ਵੱਡਾ ਭੈ ਹੈ ਮਰਨ ਦਾ। ਮੈਂ ਮਰ ਨਾ ਜਾ। ਇਹ ਸਚਾਈ ਹੈ, ਜਿਹੜਾ ਆਇਆ ਮਰੇਗਾ ਤੇ ਜ਼ਰੂਰ। ਆਉਣ ਵਾਲਾ ਜਿਸ ਦਾ ਜਨਮ ਹੈ ਉਸ ਦੀ ਮੌਤ ਅਵਸ਼ ਹੋਵੇਗੀ। ਜਿੱਥੇ ਜਨਮ ਹੈ ਉੱਥੇ ਮੌਤ ਹੈ। ਪਰ ਸਤਿਗੁਰੂ ਕਹਿਣ ਲੱਗੇ ਜਿਹੜੇ ਸਿਮਰਨ ਕਰਦੇ ਨੇ ਉਹਨਾਂ ਨੂੰ ਮਰਨ ਦਾ ਡਰ ਨਹੀਂ ਰਹਿ ਜਾਂਦਾ, ਭੈ ਖਤਮ ਹੋ ਜਾਂਦਾ। ਉਹ ਕਹਿੰਦੇ ਨਹੀਂ, ਇਹ ਮੌਤ ਵੀ ਜੀਵਨ ਦਾ ਐਂਡ ਨਹੀਂ, ਇਹ ਮੌਤ ਵੀ ਉਹਦੇ ਹੁਕਮ ਵਿੱਚ ਕਿਸੇ ਨਵੇਂ ਜੀਵਨ ਦੀ ਸ਼ੁਰੂਆਤ ਹੈ। ਇਸ ਕਰਕੇ ਮੌਤ ਦਾ ਡਰ ਖਤਮ ਹੋ ਗਿਆ ਸਿਮਰਨ ਕਰਨ ਨਾਲ। ਹੁਣ ਪ੍ਰਵਾਹ ਨਹੀਂ, ਜੀਵਨ ਦਾ ਕੰਮ ਮੁਕੰਮਲ ਹੋ ਗਿਆ। ਭਉ ਨਾਠਾ। ਅਗਲਾ ਬਚਨ ਸਾਹਿਬ ਕਹਿੰਦੇ ਭ੍ਰਮ ਮਿਟ ਗਿਆ, ਭੁਲੇਖਾ ਮਿਟ ਗਿਆ, ਭਰਮ ਜਿਹੜਾ ਸੀ ਉਹ ਵੀ ਮਿਟ ਗਿਆ। ਭਰਮ ਦੀ ਵਿਦਵਾਨ ਸੱਜਣਾ ਨੇ ਬਹੁਤ ਵੱਡੀ ਵਿਆਖਿਆ ਕੀਤੀ ਹੈ। ਕਈ ਤਰ੍ਹਾਂ ਦਾ ਭਰਮ ਹੈ। ਸਭ ਤੋਂ ਵੱਡਾ ਭਰਮ ਇਹ ਹੈ ਬੰਦੇ ਨੂੰ, ਇਹ ਜੀਵਨ ਵਿੱਚ ਪੈ ਜਾਂਦਾ ਹੈ, ਜਿਹੜੀ ਚੀਜ਼ ਅਸਲੀਅਤ ਨਹੀਂ ਉਹਨੂੰ ਅਸਲੀਅਤ ਸਮਝ ਬੈਠਦਾ ਹੈ। ਜੋ ਸੱਚ ਨਹੀਂ ਉਹਨੂੰ ਸੱਚ ਸਮਝ ਲਿਆ। ਸੱਚ ਕੀ ਨਹੀਂ ਹੈ? ਸੰਸਾਰ ਸੱਚ ਨਹੀਂ, ਪਰਿਵਾਰ ਸੱਚ ਨਹੀਂ। ਬੰਦੇ ਨੇ ਸੰਸਾਰ ਤੇ ਪਰਿਵਾਰ ਨੂੰ ਸਭ ਕੁਝ ਸਮਝ ਲਿਆ। ਇਹ ਸਹਿਯੋਗੀ ਹਨ। ਇਸ ਵਿੱਚ ਰਹਿ ਕੇ ਗੁਰੂ ਕੇ ਸਵਾਰੇ ਕੁਛ ਸੱਚ ਨਾਲ ਜੁੜਨਾ ਸੀ। ਸੱਚ ਕੀ ਹੈ? ਜਿਹਨੂੰ ਗੁਰੂ ਕੇ ਸਵਾਰਿਓ ਸਾਹਿਬ ਜੀ ਨੇ ਇਹ ਸੁਣਿਆ ਸੀ, ਇਹ ਲਿਖਾਇਆ ਸੀ, ਮਰਨਾ ਸੱਚ, ਜਿਉਣਾ ਝੂਠ।
ਹਜ਼ੂਰ ਕਹਿ ਲਗੇ ਜੋ ਸੱਚ ਨਹੀਂ ਤੂੰ ਉਹਨੂੰ ਸੱਚ ਸਮਝ ਲੈ, ਇਹੀ ਸਭ ਤੋਂ ਵੱਡਾ ਭਰਮ। ਇਹਦੀ ਵਿਆਖਿਆ ਭਗਤ ਰਵਿਦਾਸ ਜੀ ਕਰਦੇ ਨੇ, ਕਹਿ ਲੱਗੇ ਅੰਧੇਰੇ ਅੰਦਰ ਰੱਸੀ ਪਈ ਸੀ, ਉਸ ਪਈ ਹੋਈ ਰੱਸੀ ਨੂੰ ਸੱਪ ਸਮਝ ਲਿਆ ਗਿਆ। ਰੱਸੀ ਸੱਪ ਤੇ ਹੈ ਨਹੀਂ, ਪਰ ਵੇਖਣ ਵਾਲਾ ਉਹਨੂੰ ਸੱਪ ਸਮਝ ਕੇ ਡਰਦਾ। ਭਲਾ ਉਹ ਰੱਸੀ ਸੱਪ ਕਿਉਂ ਬਣ ਗਈ? ਭਗਤ ਜੀ ਕਹਿਣ ਲੱਗੇ ਰੱਸੀ ਤੇ ਰੱਸੀ ਹੋਈ ਸੀ, ਸੱਪ ਕੇਵਲ ਉਸ ਵਾਸਤੇ ਬਣੀ ਜਿਹੜਾ ਅੰਧੇਰੇ ਵਿੱਚ ਗਲਤਾਨ ਸੀ। ਅੰਧੇਰੇ ਕਰਕੇ ਰੱਸੀ ਸੱਪ ਹੋ ਗਈ। ਇਸੇ ਤਰ੍ਹਾਂ ਅਗਿਆਨਤਾ ਕਰਕੇ ਬੰਦੇ ਨੂੰ ਭਰਮ ਪੈ ਜਾਂਦਾ। ਜੋ ਸੱਚ ਨਹੀਂ ਉਹਨੂੰ ਸੱਚ ਸਮਝ ਬੈਠਦਾ, ਜੋ ਅਸਲੀਅਤ ਨਹੀਂ ਉਹਨੂੰ ਅਸਲੀਅਤ ਸਮਝ ਬੈਠਦਾ। ਜਾਂ ਇਉਂ ਸਮਝੀਏ ਕੋਈ ਹਰੀ ਐਨਕ ਲਾ ਕੇ ਸੰਸਾਰ ਨੂੰ ਵੇਖੇ, ਉਹਦੇ ਲਈ ਸੰਸਾਰ ਹਰਾ ਨਜ਼ਰ ਆਏਗਾ, ਪਰ ਸੰਸਾਰ ਹਰਾ ਤੇ ਹੈ ਨਹੀਂ। ਕੋਈ ਕਾਲੀ ਐਨਕ ਲਾ ਕੇ ਸੰਸਾਰ ਨੂੰ ਦੇਖੇ, ਉਹ ਵੇਖੇਗਾ ਉਹਦੇ ਲਈ ਸੰਸਾਰ ਦਾ ਰੂਪ ਹੋਰ ਹੋਵੇਗਾ, ਪਰ ਅਸਲੀਅਤ ਵਿੱਚ ਕੁਝ ਹੋਰ ਹੈ। ਜਦੋਂ ਚਸ਼ਮਾ, ਜਦੋਂ ਐਨਕ ਉਤਾਰ ਦੇਗਾ, ਅਸਲੀਅਤ ਉਦੋਂ ਸਾਹਮਣੇ ਆਏਗੀ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣਗੇ ਇਸ ਭਰਮ ਦਾ ਜੀਵ ਸ਼ਿਕਾਰ ਹੈ, ਪਰ ਜਿਹੜੇ ਸਿਮਰਨ ਕਰਦੇ ਨੇ ਆਤਮਕ ਬਲ ਦੇ ਨਾਲ ਗੁਰੂ ਕੇ ਸਵਾਰ, ਉਹਨਾਂ ਦਾ ਭਰਮ ਮਿਟ ਜਾਂਦਾ। ਉਹ ਕਹਿੰਦੇ ਨਹੀਂ, ਇੱਥੋਂ ਤਾਂ ਜਾਣਾ ਹੀ ਹੈ, ਇੱਥੇ ਆਇਆ ਸਭ ਕੋ ਜਾਸੀ। ਇਸ ਗੱਲ ਦੀ ਸਮਝ ਆ ਜਾਂਦੀ ਹੈ। ਇੱਥੇ ਤਾਂ ਕੋਈ ਸੱਚ ਨਹੀਂ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣ ਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣ ਹਾਰ। ਇਸ ਗੱਲ ਦਾ ਆਭਾਸ ਹੋ ਗਿਆ ਵੀ ਨਹੀਂ, ਜੋ ਕੁਝ ਦੇਖਦਾ ਇਹਦੇ ਵਿੱਚ ਸੱਚ ਨਹੀਂ ਹੈ। ਇਹ ਭੁਲੇਖਾ ਮਿਟ ਗਿਆ। ਅਗਲਾ ਬਚਨ ਸਾਹਿਬ ਕਹਿੰਦੇ ਨੇ, ਰਵਿਆ ਨਿਤ ਰਾਮ। ਹਰ ਪਾਸੇ ਹਰ ਥਾਂ ਤੇ ਉਹ ਪਰਮੇਸ਼ਵਰ ਕਹਿ ਲਗੇ ਰਵਿਆ ਹੋਇਆ ਨਜ਼ਰ ਆਇਆ ਸਿਮਰਨ ਵਾਲਿਆਂ ਲਈ। ਇਹ ਗੁਰੂ ਕੇ ਸਵਾਰੋ ਸਿੱਖੀ ਸਿਖਾਈ ਗੱਲ ਨਹੀਂ ਹੈ। ਇਹ ਜਿਹੜੇ ਸਿਮਰਨ ਕਰਦੇ ਨੇ, ਕਮਾਈ ਕਰਦੇ ਨੇ, ਉਹਨਾਂ ਨੂੰ ਪਤਾ ਚੱਲਦਾ ਹੈ। ਜਾਂ ਆਪਾਂ ਇਹ ਬਚਨ ਸਾਹਿਬ ਦਾ ਪੜ੍ਹਦੇ ਹਾਂ, ਸੁਰਤੀ ਕੇ ਮਾਰਗ ਚੱਲ ਕੇ ਉਲਟੀ ਨਦਰ ਪ੍ਰਗਾਸੀ, ਮਨ ਵਿਚਾਰ ਦੇਖ ਬ੍ਰਹਮ ਗਿਆਨੀ, ਕੌਣ ਗਿਰੀ ਕੌਣ ਉਦਾਸੀ। ਜਿਹੜੇ ਆਤਮਕ ਮੰਡਲ ਵਿੱਚ ਸਿਮਰਨ ਰਾਹੀਂ ਉਡਾਰੀਆਂ ਮਾਰਦੇ ਨੇ, ਜਿਨ੍ਹਾਂ ਵਿੱਚੋਂ ਈਰਖਾ, ਦੁਬਦਾ, ਦੁਭਾਂਤੀ, ਦਵੈਸ਼ ਖਤਮ ਹੋ ਗਈ, ਤੇ ਉਸ ਨਿਰਮਲ ਜੀਵਨ ਵਿੱਚ ਜਦੋਂ ਵਾਹਿਗੁਰੂ ਦਾ ਪ੍ਰਕਾਸ਼ ਹੋਇਆ, ਤੇ ਜਦੋਂ ਇਹਨਾਂ ਬਾਹਰ ਅੱਖਾਂ ਨੇ ਸੰਸਾਰ ਨੂੰ ਹੁਣ ਵੇਖਿਆ, ਹੁਣ ਉਹਦੇ ਵਿੱਚੋਂ, ਇਸ ਸੰਸਾਰ ਵਿੱਚੋਂ ਉਹਦੇ ਤੋਂ ਬਿਨਾਂ ਕੋਈ ਨਜ਼ਰ ਹੀ ਨਹੀਂ ਆਉਂਦਾ। ਭਗਤ ਨਾਮਦੇਵ ਸਾਹਿਬ ਕਹਿੰਦੇ ਨੇ ਨਾ, ਉਹ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਸ ਵਾਹਿਗੁਰੂ ਤੋਂ ਬਿਨਾਂ ਕੋਈ ਨਜ਼ਰ ਨਹੀਂ ਆਉਂਦਾ। ਸਤਿਗੁਰੂ ਕਹਿ ਲਗੇ ਹਰ ਪਾਸੇ ਉਹ ਨਜ਼ਰ ਆ ਰਿਹਾ ਹੈ। ਸਿਮਰਨ ਕਰਨ ਨਾਲ ਐਡੀ ਆਤਮਕ ਅਵਸਥਾ ਉੱਚੀ ਹੋ ਗਈ। ਤੇ ਅੱਗੇ ਬਚਨ ਕਹਿੰਦੇ ਨੇ, ਪ੍ਰਗਟ ਭੈ ਸੰਸਾਰ ਮੈਂ। ਜਿਨ੍ਹਾਂ ਭਜਨ ਬੰਦਗੀ ਕੀਤੀ, ਸਿਮਰਨ ਕੀਤਾ, ਸੰਸਾਰ ਵਿੱਚ ਪ੍ਰਗਟ ਹੋ ਗਏ। ਫਿਰਤੇ ਪਹਿਨਾਮ, ਜਿਹੜੇ ਗੁਪਤ ਫਿਰਦੇ ਸਨ, ਜਿਨ੍ਹਾਂ ਨੂੰ ਕੋਈ ਨਹੀਂ ਸੀ ਜਾਣਦਾ, ਜਿਨ੍ਹਾਂ ਨੂੰ ਕੋਈ ਨਹੀਂ ਸੀ ਸਮਝਦਾ, ਕੋਈ ਨਹੀਂ ਸੀ ਜਾਣਦਾ, ਸੰਸਾਰ ਵਿੱਚ ਪ੍ਰਗਟ ਹੋ ਗਏ। ਜਿਨ੍ਹਾਂ ਕਮਾਈ ਕੀਤੀ, ਕਿਉਂਕਿ ਸਿਮਰਨ ਦਾ ਬਹੁਤ ਵੱਡਾ ਬਲ ਹੈ, ਸਿਮਰਨ ਦੀ ਬਹੁਤ ਵੱਡੀ ਕੀਮਤ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਇੱਕ ਬਚਨ ਕਹਿੰਦੇ ਨੇ, ਉਸ ਪਵਿੱਤਰ ਬਚਨ ਵਿੱਚ ਸਾਰੇ ਭਗਤਾਂ ਦੀ ਗੁਰੂ ਕੇ ਸਵਾਰਿਓ ਗੱਲ ਕਰਦੇ ਆ, ਕਹਿੰਦੇ ਨੇ ਆਨੰਦ ਆ ਗਿਆ। ਇਹਨਾਂ ਭਗਤਾਂ ਨੇ ਸਿਮਰਨ ਕੀਤਾ,
ਇਹਨਾਂ ਦੀ ਕਮਾਈ ਨੂੰ ਨਮਸਕਾਰ ਹੈ। ਕਹਿੰਦੇ ਇਸ ਸੰਸਾਰ ਵਿੱਚ ਪ੍ਰਗਟ ਹੋ ਗਏ। ਉਹਨਾਂ ਨੇ ਬਚਨ ਕੀਤਾ, ਜਿਸ ਨਾਮਦੇਵ ਜੀ ਨੂੰ ਮੰਦਰ ਵਿੱਚੋਂ ਧੱਕੇ ਪੈ ਗਏ, ਉਸ ਨਾਮਦੇਵ ਨੇ ਇੰਨੀ ਕਮਾਈ ਕੀਤੀ, ਅੱਜ ਵੱਡੇ ਵੱਡੇ ਉਹਨਾਂ ਦੇ ਚਰਨਾਂ ਵਿੱਚ ਨਮਸਕਾਰ ਪੈ ਕਰਦੇ ਨੇ। ਸਿਮਰਨ ਦੀ ਕਮਾਈ ਸੀ, ਮੰਦਰ ਚੋਂ ਧੱਕੇ ਪਏ, ਹਰਮੰਦਰ ਵਿੱਚ ਬੈਠ ਗਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਨਾਂ ਦੀ ਬਾਣੀ ਨੂੰ ਥਾਂ ਦੇ ਦਿੱਤੀ। ਸਾਹਿਬ ਜੀ ਬਚਨ ਕਰਦੇ ਨੇ, ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ। ਰੱਬ ਦੇ ਸਿਮਰਨ ਕਰਨ ਨਾਲ ਮਨ, ਬਚਨ ਤੇ ਕਰਮ, ਇਹਦੀ ਵਿਆਖਿਆ ਕਿਧਰੇ ਬਹੁਤ ਫਿਰ ਸਮਾਂ ਹੋਇਆ ਕਰਾਂਗੇ। ਉਹ ਕਹਿੰਦੇ ਨੇ, ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ। ਆਡ ਦਾਮ ਕੋ ਸ਼ਿਪਰੋ ਹੋਇਓ ਲਾਖੀਣਾ। ਬੁਣ ਨਾ ਤਨ ਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਨੀਚ ਕੁਲਾ ਜੋ ਲਾਹਰਾ ਪਇਓ ਗੁਣੀ ਗਹੀਰਾ। ਰਵਦਾਸ ਟਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ। ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ। ਸੈਨ ਨਾਈ ਬੁਤਕਾਰੀਆ ਓਏ ਕਰ ਕਰ ਸੁਣਿਆ। ਹਿਰਦੈ ਬਸਿਆ ਪਾਰ ਬ੍ਰਹਮ ਭਗਤਾਂ ਮਹਿ ਗਣਿਆ। ਫਿਰ ਕਹਿੰਦੇ, ਇਹ ਬਿਦ ਸੁਣ ਕੇ ਜਾਟਰੋ ਉਠ ਭਗਤੀ ਲਾਗਾ। ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ। ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ, ਹਜ਼ੂਰ ਕਹਿ ਲੱਗੇ, ਸੰਸਾਰ ਵਿੱਚ ਪ੍ਰਗਟ ਹੋ ਗਏ। ਪ੍ਰਗਟ ਪੈ ਸੰਸਾਰ ਮੈਂ ਫਿਰਤੇ ਪਹਿਨਾ। ਕਮਾਈ ਕੀਤੀ ਸਿਮਰਨ ਦੀ, ਜੁੜੇ ਉਸ ਪਿਆਰੇ ਦੇ ਚਰਨਾਂ ਵਿੱਚ, ਸਾਰੇ ਸੰਸਾਰ ਵਿੱਚ ਪ੍ਰਗਟ ਹੋ ਗਏ। ਜੈ ਜੈਕਾਰ ਜਗਤਰ ਮੈਂ, ਲੋਚੈ ਸਭ ਜੀਆ। ਸੋ ਪ੍ਰਸੰਨ ਪੈ ਸਤਿਗੁਰੂ ਪ੍ਰਭੂ, ਕਿਛ ਬਿਗਨ ਨਾ ਥੀਆ। ਜਾਂ ਕਾ ਅੰਗ ਦਇਆਲ ਪ੍ਰਭ ਤਾਂ ਕੇ ਸਭ ਦਾਸ। ਸਦਾ ਸਦਾ ਵਡਿਆਈਆਂ ਨਾਨਕ ਗੁਰ ਪਾਸ। ਹਜ਼ੂਰ ਨੇ ਅੱਗੇ ਬਚਨ ਕੀਤਾ, ਨਾਨਕ ਤਿਸ ਸਰਣਾਗਤੀ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਉਸ ਵਾਹਿਗੁਰੂ ਦੀ ਸ਼ਰਨ ਵਿੱਚ ਜਿਹੜੇ ਪੈ ਰਹਿੰਦੇ ਹਨ, ਜਿਹੜੇ ਜੁੜੇ ਰਹਿੰਦੇ ਹਨ, ਘਟ ਘਟ ਸਭ ਜਾਣ। ਜਿਹੜਾ ਵਾਹਿਗੁਰੂ ਹਰ ਇੱਕ ਦੇ ਘਟ ਦੀ, ਹਰ ਇੱਕ ਦੇ ਹਿਰਦੇ ਦੀ ਜਾਣਦਾ ਹੈ, ਜਿਸ ਤੋਂ ਕੋਈ ਚੀਜ਼ ਲੁਕਾਈ ਨਹੀਂ ਜਾ ਸਕਦੀ। ਬੇਨਤੀ ਕਰਾਂ, ਬੰਦਾ ਆਪਣਾ ਮਨ ਆਪਣੇ ਤਨ ਦੇ ਅੰਦਰ ਲੁਕਾ ਲੈਂਦਾ ਹੈ, ਮਨ ਲੁਕਾ ਲੈਂਦਾ ਹੈ। ਸਰੀਰ ਇਹਦਾ ਪ੍ਰਗਟ ਹੈ, ਮਨ ਇਹਦਾ ਪ੍ਰਗਟ ਨਹੀਂ। ਕਦੀ ਕਦੀ ਪ੍ਰਗਟ ਹੁੰਦਾ ਹੈ, ਇਹਦੇ ਐਕਸ਼ਨਾਂ ਤੋਂ, ਇਹਦੇ ਕਰਮਾਂ ਤੋਂ, ਇਹਦੀ ਕਿਰਿਆ ਤੋਂ ਮਨ ਪ੍ਰਗਟ ਹੁੰਦਾ ਹੈ। ਮਾੜੇ ਫੁਰਨੇ ਅੰਦਰ ਬਣਾਉਂਦਾ ਹੈ। ਜੇ ਉਹ ਕਰਮ ਦਾ ਰੂਪ ਅਖਤਿਆਰ ਕਰ ਲੈਣ ਤੇ ਲੋਕਾਂ ਨੂੰ ਪਤਾ ਚੱਲ ਜਾਂਦਾ ਹੈ, ਪਰ ਇਹ ਅੰਦਰ ਛੁਪਾ ਕੇ ਰੱਖਦਾ ਹੈ। ਇਹ ਆਪਣਾ ਮਨ ਛੁਪਾ ਲੈਂਦਾ ਹੈ ਤਨ ਦੇ ਅੰਦਰ। ਮੇਰੇ ਸਤਿਗੁਰੂ ਕਹਿਣ ਲੱਗੇ, ਦੁਨੀਆ ਤੋਂ ਆਪਣਾ ਮਨ ਤੂੰ ਛੁਪਾ ਲਿਆ, ਪਰ ਰੱਬ ਤੋਂ ਨਹੀਂ ਛੁਪਾ ਸਕੇਗਾ। ਦੁਨੀਆ ਤੋਂ ਛੁਪਾ ਸਕਦਾ ਹੈ, ਸੰਸਾਰ ਤੇਰਾ ਮਨ ਨਹੀਂ ਵੇਖ ਸਕਦਾ, ਪਰ ਗੁਰੂ ਪਰਮੇਸ਼ਵਰ ਤੇਰੇ ਮਨ ਨੂੰ ਬਖੂਬੀ ਜਾਣਦੇ ਨੇ। ਉਹ ਚੰਗੀ ਤਰ੍ਹਾਂ ਜਾਣਦੇ ਨੇ। ਉਹ ਜਾਣਦੇ ਹਨ ਤੂੰ ਮਸਜਿਦ ਵਿੱਚ ਖਲੋ ਕੇ ਨਮਾਜ਼ ਪੜ੍ਹਦਾ ਕਿ ਵਿਸ਼ੇਰੇ ਨੂੰ ਸਾਂਭਦਾ। ਉਹ ਜਾਣਦੇ ਹਨ ਤੂੰ ਮਸਜਿਦ ਵਿੱਚ ਖਲੋ ਕੇ ਨਮਾਜ਼ ਅਦਾ ਕਰਦਾ ਕਿ ਤੂੰ ਕਾਬਲ ਵਿੱਚੋਂ ਘੋੜੇ ਖਰੀਦਦਾ ਹੈ।
ਗੁਰੂ ਅੱਗੇ ਗੁਰੂ ਕੇ ਸਵਾਰ ਹਰ ਇੱਕ ਦੇ ਅੰਦਰ ਨੂੰ ਜਾਣਨਾ। ਸਾਹਿਬ ਕਹਿ ਲਗੇ ਦੇ ਮਨ ਨੂੰ ਜਾਣਦਾ, ਤੇਰੇ ਮਨ ਨੂੰ ਜਾਣਦਾ, ਹਰ ਘਟ ਨੂੰ ਜਾਣਦਾ। ਕੋਈ ਘਟ, ਕੋਈ ਹਿਰਦਾ ਐਸਾ ਨਹੀਂ ਜਿਹਨੂੰ ਗੁਰੂ ਨਾ ਜਾਣੇ। ਇਸ ਕਰਕੇ ਸਾਹਿਬ ਕਹਿ ਲਗੇ ਤੂੰ ਅਰਦਾਸ ਕਰਿਆ ਕਰ, ਵਾਹਿਗੁਰੂ ਜੀ ਜਦੋਂ ਕੋਈ ਦੁਨੀਆ ਨਹੀਂ ਮੈਨੂੰ ਵੇਂਦੀ, ਤੁਸੀਂ ਉਦੋਂ ਵੀ ਮੈਨੂੰ ਵੇਖਦੇ ਹੁੰਦੇ ਹੋ। ਮੈਂ ਲੋਕਾਂ ਤੋਂ ਛੁਪਾ ਕੇ, ਸੰਸਾਰ ਤੋਂ ਛੁਪਾ ਕੇ ਗੁਨਾਹ ਜੇ ਕਰਦਾ, ਸ਼ਾਇਦ ਲੋਕ ਨਾ ਵੇਖਣ, ਪਰ ਤੁਸੀਂ ਤੇ ਜਾਣਦੇ ਹੀ ਹੋ, ਤੁਸੀਂ ਤੇ ਵੇਖਦੇ ਹੀ ਹੋ। ਸਾਹਿਬ ਦਾ ਬਚਨ ਹੈ ਨਾ, ਹਰ ਇੱਕ ਨੂੰ ਜਾਣਦਾ, ਹਰ ਵੇਲੇ ਜਾਣਦਾ। ਉਹ ਬਚਨ ਕਹਿੰਦੇ ਨੇ, ਹੱਟ ਪੱਟਣ ਬਿਜ ਮੰਦਰ ਭੰਨੈ, ਕਰ ਚੋਰੀ ਘਰ ਆਵੇ। ਲੋਕਾਂ ਦੇ ਮੰਦਰ ਭੰਨਦਾ, ਮਕਾਨ ਭੰਨਦਾ। ਇੱਥੇ ਮੰਦਰ ਦੇ ਅਰਥ ਇਹ ਨੇ, ਲੋਕਾਂ ਦੇ ਘਰ ਭੰਨਦਾ, ਸੰਨ ਲਾਂਦਾ, ਚੋਰੀ ਕਰਕੇ ਘਰ ਮੁੜਦਾ, ਖੁਸ਼ ਹੁੰਦਾ ਮੈਨੂੰ ਅੱਜ ਕਿਸੇ ਨੇ ਨਹੀਂ ਵੇਖਿਆ। ਜਿਹਦੇ ਘਰ ਦੀ ਚੋਰੀ ਕੀਤੀ ਮੈਨੂੰ ਉਹਨੇ ਵੀ ਨਹੀਂ ਵੇਖਿਆ। ਮੈਨੂੰ ਗਲੀ ਵਿੱਚ ਆਉਂਦਿਆਂ ਕਿਸੇ ਨੇ ਨਹੀਂ ਤੱਕਿਆ। ਮੈਂ ਘਰ ਮਹਿਫੂਜ਼ ਆ ਗਿਆ, ਹੁਣ ਮੇਰੀ ਰਿਪੋਰਟ ਨਹੀਂ ਕੋਈ ਕਰ ਸਕੇਗਾ, ਮੈਨੂੰ ਕੋਈ ਫੜ ਨਹੀਂ ਸਕੇਗਾ। ਪਰ ਮੇਰੇ ਸਾਹਿਬ ਕਹਿਣ ਲੱਗੇ, ਭੋਲਿਆ ਦੁਨੀਆ ਤੋਂ ਤੂੰ ਛੁਪਾ ਲਿਆ, ਦੁਨੀਆ ਤੇ ਸ਼ਾਇਦ ਨਹੀਂ ਤੈਨੂੰ ਫੜ ਸਕੇਗੀ, ਪਰ ਰੱਬ ਨੇ ਤੈਨੂੰ ਪਕੜ ਲਿਆ। ਜਾਣਦਾ ਤੈਨੂੰ, ਜਿਸ ਵੇਲੇ ਤੇਰੇ ਮਨ ਵਿੱਚ ਇਹ ਫੁਰਨਾ ਉੱਠਿਆ ਸੀ ਮਾੜਾ ਕਰਮ ਕਰਨ ਦਾ, ਰੱਬ ਨੇ ਉਸ ਵੇਲੇ ਤੈਨੂੰ ਜਾਣ ਲਿਆ। ਤੂੰ ਕਬ ਕੀਤਾ, ਤੈਨੂੰ ਰੱਬ ਹਰ ਵੇਲੇ ਵੇਖਦਾ ਸੀ ਪਿਆ। ਕਰਕੇ ਘਰ ਮੁੜ ਆਇਆ ਤਾਂ ਵੀ ਤੈਨੂੰ ਉਸਨੇ ਵੇਖਿਆ। ਹੱਟ ਪੱਟਣ ਵਿੱਚ ਮੰਦਰ ਭੰਨੈ, ਕਰ ਚੋਰੀ ਘਰ ਆਵੇ। ਸਾਹਿਬ ਕਹਿੰਦੇ ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛੁਪਾਵੇ। ਅੱਗੋਂ ਪਿੱਛੋਂ ਵੇਂਦਾ ਆਇਆ, ਪਰ ਤੇਰੇ ਤੋਂ ਨਹੀਂ ਛੁਪਾ ਸਕਿਆ। ਬਥੇਰਾ ਅੱਗੋਂ ਪਿੱਛੋਂ ਵੇਖਿਆ, ਪਰ ਤੇਰੇ ਤੋਂ ਫਿਰ ਵੀ ਨਹੀਂ ਛੁਪਾ ਸਕਿਆ, ਕਿਉਂਕਿ ਹਰ ਇੱਕ ਨੂੰ ਜਾਣਦਾ ਹੈ। ਇਸ ਕਰਕੇ ਗੁਰੂ ਸਾਹਿਬ ਕਹਿਣ ਲੱਗੇ, ਤੂੰ ਹਰ ਵੇਲੇ ਰੱਬ ਦੀ ਹਾਜ਼ਰੀ ਵਿੱਚ ਹੈ, ਚੇਤੇ ਰੱਖੀ ਮਾੜਾ ਕੰਮ ਨਾ ਕਰੀ। ਬੜੀ ਬਰੀਕੀ ਨਾਲ ਤੈਨੂੰ ਵੇਖਿਆ ਜਾ ਰਿਹਾ ਹੈ। ਲੇਖੈ ਚਾਲੈ, ਲੇਖੈ ਬੋਲੈ, ਲੇਖੇ ਲੈਂਦਾ ਸਾਹ। ਤੂੰ ਤੁਰਦਾ ਤਾਂ ਵੀ ਉਹਦੇ ਹਿਸਾਬ ਕਿਤਾਬ ਵਿੱਚ ਹੈ, ਬੋਲਦਾ ਤਾਂ ਵੀ ਉਹਦੇ ਹਿਸਾਬ ਵਿੱਚ ਹੈ, ਕੋਈ ਕੰਮ ਕਰਦਾ ਤਾਂ ਵੀ ਉਹਦੇ ਹਿਸਾਬ ਵਿੱਚ ਹੈ। ਤੂੰ ਚੇਤੇ ਰੱਖੀ, ਆਪਣੇ ਆਪ ਨੂੰ ਰੱਬ ਤੋਂ ਆਜ਼ਾਦ ਨਾ ਸਮਝ। ਤੂੰ ਸਮਝ, ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕੈਸਾ ਬਚਨ ਕਰਦੇ ਨੇ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਾਜ਼ੂਰ ਹੈ। ਮੇਰਾ ਵਾਹਿਗੁਰੂ ਜ਼ਾਹਰ ਹੈ, ਹਾਜ਼ਰ ਹੈ, ਉਹਦੇ ਤੋਂ ਕੋਈ ਕਿਵੇਂ ਬਾਗੀ ਹੋ ਸਕਦਾ ਹੈ। ਤੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਨਾਨਕ ਤਿਸ ਸਰਣਾਗਤੀ, ਮੈਂ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਆ, ਸ਼ਰਨ ਉਹਦੇ ਚਰਨਾਂ ਵਿੱਚ ਆ। ਘਟ ਘਟ ਸਭ ਜਾਣ, ਜਿਹੜਾ ਵਾਹਿਗੁਰੂ ਹਰ ਇੱਕ ਘਟ ਨੂੰ, ਹਰ ਇੱਕ ਹਿਰਦੇ ਨੂੰ, ਹਰ ਇੱਕ ਮਨ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਮੈਂ ਉਸ ਪ੍ਰਭੂ ਦੀ ਸ਼ਰਨ ਵਿੱਚ ਆ। ਸਤਿਗੁਰਾਂ ਨੇ ਇਸ ਪਵਿੱਤਰ ਬਚਨ ਵਿੱਚ ਸਾਧ ਸੰਗਤ ਜੀਓ ਐਸਾ ਨਿਰਮਲ ਉਪਦੇਸ਼ ਸਾਨੂੰ ਬਖਸ਼ ਕੇ ਸਿਧਾਂਤ ਇਹੀ ਦਿੱਤਾ, ਭਾਵ ਅਰਥ ਇਹੀ ਹੈ, ਜਿਹੜੇ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਸਿਮਰਨ ਕਰਦੇ ਨੇ, ਗੁਰੂ ਉਹਨਾਂ ਨੂੰ ਬਹੁਤ ਵੱਡੇ ਭਾਗ ਲਾਂਦਾ ਹੈ। ਉਹਨਾਂ ਦੀ ਆਤਮਿਕ ਅਵਸਥਾ ਬੜੀ ਉੱਚੀ ਹੋ ਜਾਂਦੀ ਹੈ, ਭੈ ਮਿਟ ਜਾਂਦੇ ਨੇ, ਭੁਲੇਖੇ ਦੂਰ ਹੋ ਜਾਂਦੇ ਨੇ। ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜ ਕੇ ਹਰ ਵੇਲੇ ਉਸ ਪਿਆਰੇ ਦੀ ਯਾਦ ਵਿੱਚ ਜੁੜ ਕੇ ਉਸ ਦਾ ਆਨੰਦ ਪ੍ਰਾਪਤ ਕਰਦੇ ਨੇ, ਟਿਕਾਅ ਵਿੱਚ ਰਹਿੰਦੇ ਨੇ, ਮਨ ਡੋਲਦਾ ਨਹੀਂ। ਆਤਮਿਕ ਅਵਸਥਾ ਬੜੀ ਸਟਰੋਂਗ ਬਣ ਜਾਂਦੀ ਹੈ। ਪਰ ਇਹ ਸਾਰਾ ਕੁਝ ਉਸ ਦੀ ਸਿਮਰਨ ਵਿੱਚ ਜੁੜ ਕੇ ਹੀ ਹੁੰਦਾ ਹੈ।
ਗੁਰੂ ਕਿਰਪਾ ਕਰੇ। ਅਸੀਂ ਇਹੀ ਅਰਦਾਸ ਕਰਨੀ ਹੈ, ਸਤਿਗੁਰੂ ਜੀ ਜੀਵਨ ਬਖਸ਼ਿਸ਼ ਕੀਤਾ ਹੈ, ਇਹ ਦੇਹ ਸੁੰਦਰ ਤਾਂ ਹੀ ਬਣ ਸਕਦੀ ਹੈ ਜੇ ਸੁੰਦਰ ਵਾਹਿਗੁਰੂ ਜੀ ਤੁਸੀਂ ਕਿਰਪਾ ਕਰੋ, ਆਪਣਾ ਸੁੰਦਰ ਨਾਮ ਬਖਸ਼ੋ, ਆਪਣੀ ਯਾਦ ਬਖਸ਼ੋ। ਆਓ ਸਾਰੇ ਅਰਦਾਸ ਕਰੀਏ, ਬੇਨਤੀ ਕਰੀਏ, ਫਿਰ ਸਮਾਪਤੀ ਕਰਦੇ ਹਾਂ। ਕੋਈ ਰਸਨਾ ਬਾਂਝੀ ਨਾ ਰਹੇ, ਸਭ ਨੇ ਕਿਰਪਾ ਕਰਨੀ। ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ, ਵਿਸਰ ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਨਾਨਕ ਜਾਓ ਇਹੋ, ਨਾਨਕ ਜਾਓ ਇਹੋ, ਵਾਹਿਗੁਰੂ 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 ਵਾਹਿਗੁਰੂ, 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 ਗੁਰੂ ਕਿਰਪਾ ਕਰੇ ਸਭ ਨੂੰ ਨਾਮ ਬਾਣੀ ਦਾ ਅਭਿਆਸ ਚੜ੍ਹਦੀਆਂ ਕਲਾ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨ। ਇਨੀਆਂ ਕੋ ਬੇਨਤੀਆਂ ਪ੍ਰਵਾਨ, ਗਲਤੀਆਂ ਭੁੱਲਾਂ ਆਪ ਜੀ ਨੇ ਖਿਮਾ ਕਰ ਦੇਣੀ, ਸਤਿਗੁਰੂ ਬਖਸ਼ਿਸ਼ ਕਰਨ। ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਜੀ, ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਰਾਗ ਨਿਰਧਾਰਿਤ ਕੀਰਤਨ ਸੰਤ ਬਾਬਾ ਸੁੱਚਾ ਸਿੰਘ ਜੀ ਬਾਣੀ ਜਵੱਦੀ ਟਕਸਾਲ ਵਾਲੇ ਮਹਾਪੁਰਸ਼ਾਂ ਨੇ ਆਰੰਭ ਕੀਤਾ। ਸਾਲਾਨਾ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ 14, 15, 16 ਨਵੰਬਰ ਨੂੰ ਜਵੱਦੀ ਟਕਸਾਲ ਲੁਧਿਆਣਾ ਵਿਖੇ ਹੋ ਰਿਹਾ ਹੈ। ਆਪ ਜੀ ਨੂੰ ਉਸ ਵਿੱਚ ਵੀ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ, ਬੇਨਤੀ ਪ੍ਰਵਾਨ ਕਰਨੀ। ਗੁਰੂ ਕਿਰਪਾ ਕਰੇ ਤਾਂ ਕਿ ਰਾਗਾਂ ਵਿੱਚ ਗੁਰਬਾਣੀ ਕੀਰਤਨ ਸਰਵਣ ਕਰਕੇ ਅਸੀਂ ਗੁਰੂ ਕੇ ਉਪਦੇਸ਼ ਨੂੰ ਕਮਾ ਕੇ ਜੀਵਨ ਸਫਲਾ ਕਰ ਸਕੀਏ। ਪਿਆਰ ਸਹਿਤ ਫਤਿਹ ਗਜਾਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।